ਨਮਸਕਾਰ ਪਿਆਰੇ ਬੱਚਿਓ, ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਐਗਜ਼ਾਮ ਪ੍ਰੈਪਰੇਸ਼ਨ ਤੇ। ਅੱਜ ਪਿਆਰੇ ਬੱਚਿਓ ਆਪਾਂ 12ਵੀਂ ਕਲਾਸ ਦੇ ਅਰਥਸ਼ਾਸਤਰ ਦੇ ਵਿੱਚ ਦਵਿੰਦਰਾ 3-in-1 ਦਾ ਪੇਪਰ ਨੰਬਰ 4 ਹੱਲ ਕਰਾਂਗੇ। ਚੱਲਦੇ ਹਾਂ ਜੀ ਅੱਜ ਦੀ ਆਪਣੀ ਇਸ ਪੇਪਰ ਨੰਬਰ 4 ਤੇ। ਹਾਂਜੀ, ਅੱਜ ਦਾ ਜਿਹੜਾ ਆਪਣੇ ਕੋਲ ਪਹਿਲਾ ਜਿਹੜਾ ਸਵਾਲ ਹੈ ਉਹ ਪੁੱਛਿਆ ਗਿਆ ਆਪਾਂ ਨੂੰ, ਕਿਹੜੀਆਂ ਵਸਤਾਂ ਦੀ ਪੂਰਤੀ ਅਸੀਮਤ ਹੁੰਦੀ ਹੈ। ਠੀਕ ਹੈ ਜੀ, ਦੱਸਣਾ ਹੈ ਵੀ ਉਹ ਕਿਹੜੀਆਂ ਵਸਤਾਂ ਜਿਨ੍ਹਾਂ ਦੀ ਸਪਲਾਈ ਅਨਲਿਮਿਟਡ ਹੁੰਦੀ ਹੈ। ਆਰਥਿਕ, ਅਨਆਰਥਿਕ, ਉਪਭੋਗ। ਆਪਸ਼ਨ ਨੰਬਰ ਡੀ ਦੇ ਵਿੱਚ ਦਿੱਤਾ ਗਿਆ ਆਪਾਂ ਨੂੰ ਉਤਪਾਦਿਤ। ਹਾਂਜੀ, ਇਸ ਸਵਾਲ ਦਾ ਜਿਹੜਾ ਰਾਈਟ ਆਨਸਰ ਬਣੇਗਾ ਆਪਸ਼ਨ ਨੰਬਰ ਬੀ, ਅਨਆਰਥਿਕ। ਨੌਨ ਇਕਨੋਮਿਕ ਗੁੱਡਸ ਹੁੰਦੀਆਂ ਜਿਹੜੀਆਂ, ਉਹਨਾਂ ਦੀ ਜਿਹੜੀ ਸਪਲਾਈ ਹੈ ਅਨਲਿਮਿਟਡ ਹੁੰਦੀ ਹੈ। ਠੀਕ ਹੈ ਜੀ, ਉਸ ਤੋਂ ਬਾਅਦ ਹੈ ਜੀ ਆਪਣੇ ਕੋਲ ਨੌਨ ਇਕਨੋਮਿਕ ਗੁੱਡਸ ਉਹ ਸਾਰੀਆਂ ਵਸਤਾਂ ਜਿਨ੍ਹਾਂ ਦਾ ਸੰਬੰਧ ਧਨ ਨਾਲ ਨਹੀਂ ਹੈ, ਮੁਫਤ ਵਿੱਚ ਮਿਲਦੀਆਂ, ਇਹਨਾਂ ਦੀ ਸਪਲਾਈ ਹੈ ਜਿਹੜੀ ਉਹ ਅਨਲਿਮਿਟਡ ਹੁੰਦੀ ਹੈ। ਹਾਂਜੀ, ਉਸ ਤੋਂ ਬਾਅਦ ਹੈ ਜੀ ਆਪਣੇ ਕੋਲ ਕੁਐਸਚਨ ਨੰਬਰ 2, ਇਹਦੇ ਵਿੱਚ ਪੁੱਛਿਆ ਗਿਆ ਹੈ ਵਿਅਕਤੀਗਤ ਆਮਦਨ ਵਿੱਚ ਕੀ ਸ਼ਾਮਲ ਹੁੰਦਾ ਹੈ। ਹਾਂਜੀ, ਵਿਅਕਤੀਗਤ ਆਮਦਨ ਹੈ ਜਿਹੜੀ, ਇਹਨੂੰ ਆਪਾਂ ਪਰਸਨਲ ਇਨਕਮ ਕਹਿ ਦਿੰਦੇ ਹਾਂ। ਠੀਕ ਹੈ ਜੀ, ਪਰਸਨਲ ਇਨਕਮ ਦੇ ਵਿੱਚੋਂ ਜਦੋਂ ਆਪਾਂ ਡਾਇਰੈਕਟ, ਪਰਸਨਲ ਇਨਕਮ ਕੀ ਚੀਜ਼ ਹੈ? ਠੀਕ ਹੈ, ਜਦੋਂ ਇੱਕ ਕਾਰਪੋਰੇਟ ਨੂੰ ਇਨਕਮ ਹੁੰਦੀ ਹੈ ਤਾਂ ਉਹਦੇ ਹਿੱਸੇ ਵੰਡੇ ਜਾਂਦੇ ਆ। ਠੀਕ ਹੈ, ਨਿਗਮ ਕਰ ਦੇਣ ਤੋਂ ਬਾਅਦ ਤਾਂ ਉਹਨੂੰ ਆਪਾਂ ਪਰਸਨਲ ਇਨਕਮ ਕਹਿ ਦਿੰਦੇ ਹਾਂ। ਠੀਕ ਹੈ ਜੀ, ਇਹਦੇ ਵਿੱਚ ਉਹਨਾਂ ਨੇ ਕਿਹਾ ਹੈ ਹਸਤਾਂਤਰਨ, ਪੂੰਜੀਗਤ ਹਸਤਾਂਤਰਨ, ਵਰਤਮਾਨ ਹਸਤਾਂਤਰਨ, ਨਿਵੇਸ਼, ਇਹਨਾਂ ਵਿੱਚੋਂ ਕੋਈ ਨਹੀਂ। ਅਸਲ ਵਿੱਚ ਇਹਨਾਂ ਵਿੱਚ ਅਜਿਹਾ ਕੋਈ ਚੀਜ਼ ਸ਼ਾਮਲ ਨਹੀਂ ਹੁੰਦੀ। ਠੀਕ ਹੈ ਜੀ, ਜਿਹੜੀ ਇਹਦੇ ਵਿੱਚ ਜੇ ਸ਼ਾਮਲ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਮਿਹਨਤਾਨਾ ਸ਼ਾਮਲ ਹੁੰਦਾ ਹੈ, ਇਹਦੇ ਵਿੱਚ ਲਾਭ, ਰੈਂਟ, ਕਿਰਾਇਆ, ਇਹ ਸਾਰਾ ਕੁਝ ਇਹ ਚੀਜ਼ਾਂ ਸ਼ਾਮਲ ਹੁੰਦੀਆਂ, ਪਰ ਅਜਿਹੀ ਕੋਈ ਚੀਜ਼ ਸ਼ਾਮਲ ਨਹੀਂ ਹੁੰਦੀ ਜਿਹੜੀ ਇਹਨਾਂ ਨੇ ਆਪਾਂ ਨੂੰ ਦੱਸੀ ਹੈ। ਕੁਐਸਚਨ ਨੰਬਰ 3, ਕੁਐਸਚਨ ਨੰਬਰ 3 ਦੇ ਵਿੱਚ ਆਪਾਂ ਨੂੰ ਪੁੱਛਿਆ ਗਿਆ ਹੈ ਪੂਰਤੀ ਆਪਣੀ ਮੰਗ ਆਪ ਪੈਦਾ ਕਰਦੀ ਹੈ, ਸਪਲਾਈ ਕ੍ਰੀਏਟਸ ਇਟਸ ਔਨ ਡਿਮਾਂਡ। ਹਾਂਜੀ, ਬਹੁਤ ਹੀ ਇਹ ਪ੍ਰਸਿੱਧ ਕਥਨ ਹੈ। ਪੁੱਛਿਆ ਗਿਆ ਕਿਸ ਅਰਥ ਸ਼ਾਸਤਰੀ ਦਾ ਹੈ। ਹਾਂਜੀ, ਇਹ ਜੇ.ਬੀ. ਸੇ ਦਾ ਇਹ ਕਥਨ ਹੈ ਤੇ ਆਪਸ਼ਨ ਨੰਬਰ ਡੀ ਇਸ ਸਵਾਲ ਦਾ ਜਿਹੜਾ ਰਾਈਟ ਆਨਸਰ ਹੋਏਗਾ। ਬਹੁਤ ਇੰਪੋਰਟੈਂਟ ਹੈ, ਸਾਰੇ ਬੱਚਿਆਂ ਨੇ ਧਿਆਨ 'ਚ ਰੱਖਣਾ ਹੈ। ਹਾਂਜੀ, ਨੈਕਸਟ ਹੈ ਸਵਾਲ ਨੰਬਰ ਆਪਣੇ ਕੋਲ 4। ਸਵਾਲ ਨੰਬਰ 4 ਦੇ ਵਿੱਚ ਆਪਾਂ ਨੂੰ ਦਿੱਤਾ ਗਿਆ ਹੈ ਟਰੂ ਫਾਲਸ। ਰੋਜ਼ਗਾਰ ਦਾ ਪੱਧਰ ਉਸ ਬਿੰਦੂ ਤੇ ਸਥਾਪਿਤ ਹੁੰਦਾ ਹੈ ਜਿੱਥੇ ਕੁੱਲ ਮੰਗ ਤੇ ਕੁੱਲ ਪੂਰਤੀ ਬਰਾਬਰ ਹੁੰਦੇ ਹਨ। ਬਿਲਕੁਲ ਸਹੀ ਹੈ। ਜਦੋਂ ਆਪਾਂ ਡੈਫੀਸਿਟ ਡਿਮਾਂਡ, ਸਰਪਲਸ ਡਿਮਾਂਡ ਵਾਲਾ ਚੈਪਟਰ ਪੜ੍ਹਿਆ ਸੀਗਾ, ਉਦੋਂ ਆਪਾਂ ਦੇਖਿਆ ਸੀ ਜਿੱਥੇ ਏਡੀ, ਐਗਰੀਗੇਟ ਡਿਮਾਂਡ ਤੇ ਐਗਰੀਗੇਟ ਸਪਲਾਈ ਇਕੁਅਲ ਹੋ ਜਾਂਦੇ ਸੀ। ਠੀਕ ਹੈ ਜੀ, ਮੈਂ ਤੁਹਾਨੂੰ ਥੋੜਾ ਗ੍ਰਾਫ ਨਾਲ ਵੀ ਦਿਖਾਉਣਾ ਇੱਥੇ ਥੱਲੇ ਇਨਕਮ ਹੁੰਦੀ ਸੀ ਆਪਣੇ ਕੋਲ। ਠੀਕ ਹੈ, ਤੇ ਇਨਕਮ ਦੇ ਨਾਲ ਆਪਣੇ ਕੋਲ ਇੱਥੇ ਰੋਜ਼ਗਾਰ ਹੁੰਦਾ ਸੀ, ਇੰਪਲੋਇਮੈਂਟ ਹੁੰਦਾ ਸੀਗਾ। ਠੀਕ ਹੈ, ਤੇ ਨਾਲ ਥੱਲੇ ਆਊਟਪੁੱਟ ਦਿਖਾਇਆ ਜਾਂਦਾ ਸੀਗਾ। ਠੀਕ ਹੈ, ਉਸ ਤੋਂ ਬਾਅਦ ਆਪਣੇ ਕੋਲ ਇਸ ਤਰੀਕੇ ਦੇ ਨਾਲ AS ਕਰਵ ਹੁੰਦਾ ਸੀ ਤੇ ਆਪਣੇ ਕੋਲ AD ਕਰਵ ਆਪਣੇ ਕੋਲ ਇਸ ਤਰੀਕੇ ਨਾਲ ਹੁੰਦਾ ਸੀ। ਤੇ ਆਹ ਸੰਤੁਲਨ ਦਾ ਪੁਆਇੰਟ ਹੁੰਦਾ ਸੀ, ਜਿੱਥੇ ਸੰਤੁਲਨ ਦਾ ਬਿੰਦੂ ਹੁੰਦਾ ਸੀ ਉੱਥੇ ਆਪਾਂ ਨੂੰ ਪਤਾ ਲੱਗ ਜਾਂਦਾ ਸੀ ਕਿੰਨੇ ਕਾਮੇ ਕੰਮ ਤੇ ਲੱਗੇ ਹੋਏ ਆ, ਕਿੰਨੇ ਕਾਮਿਆਂ ਨੂੰ ਰੋਜ਼ਗਾਰ ਮਿਲਿਆ ਹੋਇਆ। ਇਹੀ ਸਵਾਲ ਇਹਨਾਂ ਵਿੱਚ ਪੁੱਛਿਆ ਸੀਗਾ, ਰੋਜ਼ਗਾਰ ਦਾ ਪੱਧਰ ਉਸ ਬਿੰਦੂ ਤੇ ਸਥਾਪਿਤ ਹੁੰਦਾ ਹੈ ਜਿੱਥੇ ਕੁੱਲ ਮੰਗ ਤੇ ਕੁੱਲ ਪੂਰਤੀ ਬਰਾਬਰ ਹੁੰਦੇ ਆ। ਬਿਲਕੁਲ ਸਹੀ ਕਥਨ ਹੈ। ਠੀਕ ਹੈ ਜੀ, ਇਹ ਆਏਗਾ ਜੀ ਆਪਣੇ ਕੋਲ ਸਹੀ। ਸਵਾਲ ਨੰਬਰ 4 ਦਾ ਜਿਹੜਾ ਆਨਸਰ ਆਏਗਾ ਸਹੀ। ਚਲਦੇ ਹਾਂ ਜੀ ਸਵਾਲ ਨੰਬਰ 5 ਤੇ। ਸਵਾਲ ਨੰਬਰ 5 ਦੇ ਵਿੱਚ ਪੁੱਛਿਆ ਗਿਆ ਜਦੋਂ ਪੂਰਨ ਰੋਜ਼ਗਾਰ ਪੱਧਰ ਤੇ ਕੁੱਲ ਮੰਗ, ਅਸਲ ਵਿੱਚ ਇਹਦੇ ਮੂਰੇ ਕੁੱਲ ਹੋਣਾ ਸੀ, ਕੁੱਲ ਮੰਗ, ਠੀਕ ਹੈ ਜੀ, ਲੈਸ ਦੈਨ ਕੁੱਲ ਪੂਰਤੀ। ਠੀਕ ਹੈ, ਯਾਨੀ ਕਿ AD ਲੈਸ ਦੈਨ AS, ਤਾਂ ਇਹਦੇ ਵਿੱਚ ਆਪਾਂ AD ਨੂੰ ਹੀ ਦੇਖਣਾ ਹੁੰਦਾ, AD ਵੱਧ ਹੈ ਜਾਂ ਘੱਟ ਹੈ, ਕੁੱਲ ਮੰਗ ਘੱਟ ਹੈ ਜਾਂ ਵੱਧ ਹੈ। ਹਾਂਜੀ, ਕੁੱਲ ਮੰਗ ਇੱਥੇ ਘੱਟ ਹੈ, ਇਸ ਕਰਕੇ ਕਿਹੜੀ ਸਥਿਤੀ ਨੂੰ ਪ੍ਰਗਟ ਕਰੇਗਾ? ਘੱਟ ਮੰਗ ਨੂੰ ਰਿਪਰੈਜ਼ੈਂਟ ਕਰੇਗਾ। ਆਪਸ਼ਨ ਨੰਬਰ B ਇਸ ਸਵਾਲ ਦਾ ਰਾਈਟ ਆਨਸਰ ਹੋਏਗਾ। ਠੀਕ ਹੈ ਜੀ, ਜੇ ਇਸ ਤਰੀਕੇ ਨਾਲ ਹੁੰਦਾ AD ਗ੍ਰੇਟਰ ਦੈਨ AS, ਇੱਥੇ AD ਵੱਧ ਸੀ ਤਾਂ ਇੱਥੇ ਫਿਰ ਵੱਧ ਮੰਗ ਦੀ ਸਥਿਤੀ ਬਣਨੀ ਸੀ। ਹਾਂਜੀ, ਨੈਕਸਟ ਹੈ ਜੀ ਸਵਾਲ ਨੰਬਰ ਆਪਣੇ ਕੋਲ 6। ਇਹਦੇ ਵਿੱਚ ਆਪਾਂ ਨੂੰ ਪੁੱਛਿਆ ਗਿਆ ਜਿਨ੍ਹਾਂ ਸੰਪत्तियां ਨੂੰ ਆਸਾਨੀ ਦੇ ਨਾਲ ਮੁਦਰਾ ਵਿੱਚ ਬਦਲਿਆ ਜਾਂਦਾ ਉਹਨਾਂ ਨੂੰ ਕੀ ਕਹਿੰਦੇ ਆ? ਉਹਨਾਂ ਨੂੰ ਆਪਾਂ ਨੀਅਰ ਮਨੀ ਕਹਿੰਦੇ ਆ। ਠੀਕ ਹੈ ਜੀ, ਉਹ ਸਾਰੀਆਂ ਸੰਪत्तियां ਜਿਨ੍ਹਾਂ ਨੂੰ ਬਹੁਤ ਜਲਦੀ ਨੇੜਲੇ ਭਵਿੱਖ ਦੇ ਵਿੱਚ ਮੁਦਰਾ ਵਿੱਚ ਕਨਵਰਟ ਕੀਤਾ ਜਾ ਸਕਦਾ ਹੈ, ਉਹ ਹੁੰਦੀਆਂ ਜੀ ਨੀਅਰ ਮਨੀ, ਨੇੜੇ ਦੀਆਂ ਮੁਦਰਾਵਾਂ। ਆਪਸ਼ਨ ਨੰਬਰ C ਇਸ ਸਵਾਲ ਦਾ ਰਾਈਟ ਆਨਸਰ ਹੋਏਗਾ। ਸਵਾਲ ਨੰਬਰ ਆਪਣੇ ਕੋਲ ਹੈ ਜੀ 7। ਇਹਦੇ ਵਿੱਚ ਪੁੱਛਿਆ ਗਿਆ ਜਦੋਂ ਰਾਜਸਵ ਖਰਚ ਰਾਜਸਵ ਪ੍ਰਾਪਤੀਆਂ ਤੋਂ ਵੱਧ ਹੋਵੇ ਤਾਂ ਆਨਸਰ ਦੇ ਵਿੱਚ ਰਾਜਸਵ ਸ਼ਬਦ ਜ਼ਰੂਰ ਆਏਗਾ। ਠੀਕ ਹੈ, ਜਦੋਂ ਵੀ ਖਰਚ ਤੇ ਪ੍ਰਾਪਤੀਆਂ ਤੇ ਆਮਦਨ ਦੀ ਗੱਲ ਹੋਵੇ ਤੇ ਜੇ ਪੂੰਜੀਗਤ ਸ਼ਬਦ ਹੈ ਤਾਂ ਆਨਸਰ ਪੂੰਜੀਗਤ ਵਿੱਚ ਆਏਗਾ। ਜੇ ਖਰਚ ਵੱਧ ਹੈ ਤਾਂ ਇਹਨੂੰ ਰਾਜਸਵ ਘਾਟਾ ਕਵਾਂਗੇ। ਕੀ ਕਵਾਂਗੇ ਆਪਾਂ? ਘਾਟਾ, ਕਿਉਂਕਿ ਆਪਣੀ ਪ੍ਰਾਪਤੀਆਂ ਘੱਟ ਆ, ਆਮਦਨ ਘੱਟ ਹੈ ਤੇ ਖਰਚਾ ਜ਼ਿਆਦਾ ਹੋ ਰਿਹਾ, ਮਤਲਬ ਘਾਟਾ ਹੋ ਰਿਹਾ। ਇਹਦਾ ਆਨਸਰ ਬਣ ਜਾਏਗਾ ਰਾਜਸਵ ਘਾਟਾ। ਆਪਸ਼ਨ ਨੰਬਰ C ਇਸ ਸਵਾਲ ਦਾ ਰਾਈਟ ਆਨਸਰ ਹੋਏਗਾ। ਹਾਂਜੀ, ਨੈਕਸਟ ਹੈ ਜੀ ਆਪਣੇ ਕੋਲ ਸਵਾਲ ਨੰਬਰ 8। ਸਵਾਲ ਨੰਬਰ 8 ਦੇ ਵਿੱਚ ਆਪਾਂ ਨੂੰ ਪੁੱਛਿਆ ਗਿਆ ਹੈ ਜਿਸ ਖਾਤੇ ਦੇ ਵਿੱਚ ਵਸਤਾਂ ਸੇਵਾਵਾਂ ਦੇ ਆਜ਼ਾਦ ਤੇ ਨਿਰਜ਼ਾਦ ਇੱਕ ਤਰਫਾ ਹਸਤਾਂਤਰਨ ਨੂੰ ਸ਼ਾਮਲ ਕੀਤਾ ਜਾਵੇ ਉਸ ਨੂੰ ਕੀ ਕਿਹਾ ਜਾਂਦਾ ਹੈ? ਗੱਲ ਹੋ ਰਹੀ ਹੈ ਵਸਤਾਂ ਦੀ, ਗੱਲ ਵਸਤਾਂ ਦੇ ਆਜ਼ਾਦ ਨਿਰਜ਼ਾਦ ਦੀ, ਸੇਵਾਵਾਂ ਦੇ ਆਜ਼ਾਦ ਨਿਰਜ਼ਾਦ ਦੀ। ਠੀਕ ਹੈ, ਤੇ ਨਾਲ ਇੱਕ ਤਰਫਾ ਹਸਤਾਂਤਰਨ ਦੀ ਗੱਲ ਹੋ ਰਹੀ ਹੈ। ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਗਿਆ, ਪਿਛਲੇ ਆਇਆ ਹੋਇਆ ਇਹ, ਪਰ ਸਵਾਲ ਥੋੜਾ ਮੋਲਡ ਕਰਕੇ ਪਾਇਆ ਕਿ ਜਦੋਂ ਵੀ ਵਸਤਾਂ ਦੇ ਆਜ਼ਾਦ ਨਿਰਜ਼ਾਦ, ਸੇਵਾਵਾਂ ਦਾ ਆਜ਼ਾਦ ਨਿਰਜ਼ਾਦ ਤੇ ਇੱਕ ਤਰਫਾ, ਇਹਨਾਂ ਦੀ ਜਿਹੜੀ ਐਂਟਰੀ ਹੁੰਦੀ ਹੈ ਹਮੇਸ਼ਾ ਕਰੰਟ ਅਕਾਊਂਟ ਚਾਲੂ ਖਾਤੇ ਦੇ ਵਿੱਚ ਪੈਂਦੀ ਹੈ। ਇਸ ਸਵਾਲ ਦਾ ਜਿਹੜਾ ਰਾਈਟ ਆਨਸਰ ਬਣੇਗਾ ਚਾਲੂ ਖਾਤਾ। ਆਪਸ਼ਨ ਨੰਬਰ D ਇਸ ਸਵਾਲ ਦਾ ਰਾਈਟ ਆਨਸਰ ਹੋਏਗਾ। ਠੀਕ ਹੈ ਜੀ, ਚਲਦੇ ਹਾਂ ਸਵਾਲ ਨੰਬਰ 9 ਤੇ। ਸਵਾਲ ਨੰਬਰ 9 ਦੇ ਵਿੱਚ ਆਪਾਂ ਨੂੰ ਪੁੱਛਿਆ ਗਿਆ ਹੈ ਮਿਲਾਨ ਕਰੋ ਆਪਾਂ ਨੂੰ ਦਿੱਤੀ ਹੋਈ ਅੰਤਰਰਾਸ਼ਟਰੀ ਵਪਾਰ, ਘਰੇਲੂ ਵਪਾਰ, ਵਾਸਤਵਿਕ ਰਾਸ਼ਟਰੀ ਆਮਦਨ, ਮੌਦਰਿਕ ਰਾਸ਼ਟਰੀ ਆਮਦਨ ਤੇ ਸਾਹਮਣੇ ਆਪਾਂ ਨੂੰ ਸੰਬੰਧ ਦੱਸਣਾ।
ਹਾਂਜੀ, ਅੰਤਰਰਾਸ਼ਟਰੀ ਵਪਾਰ ਆ ਜਿਹੜਾ ਉਹ ਹਮੇਸ਼ਾ ਖੁੱਲੀ ਅਰਥ ਵਿਵਸਥਾ ਦੇ ਵਿੱਚ ਹੁੰਦਾ ਹੈ ਤੇ ਖੁੱਲੀ ਅਰਥ ਵਿਵਸਥਾ ਆਪਾਂ ਨੂੰ ਆਪਸ਼ਨ ਨੰਬਰ 2 ਦੇ ਵਿੱਚ ਦਿਖਾਈ ਗਈ ਹੈ। ਹਾਂਜੀ, ਉਸ ਤੋਂ ਬਾਅਦ ਆਪਸ਼ਨ ਨੰਬਰ ਬੀ ਦੇ ਵਿੱਚ ਘਰੇਲੂ ਵਪਾਰ, ਘਰੇਲੂ ਜਿਹੜਾ ਦੇਸ਼ ਦੀਆਂ ਇੱਕ ਚਾਰ ਦੀਵਾਰੀ ਜਾਂ ਬਾਉਂਡਰੀ ਦੇ ਵਿੱਚ ਹੋਵੇ ਉਹ ਬੰਦ ਅਰਥ ਵਿਵਸਥਾ ਦੇ ਵਿੱਚ ਹੁੰਦਾ ਘਰੇਲੂ ਵਪਾਰ। ਆਪਸ਼ਨ ਨੰਬਰ 4 ਨਾਲ ਇਹਨੂੰ ਮੈਚ ਕਰਾਂਗੇ। ਹਾਂਜੀ, ਸੀ ਆਪਾਂ ਨੂੰ ਦਿੱਤਾ ਹੈ ਵਾਸਤਵਿਕ ਰਾਸ਼ਟਰੀ ਆਮਦਨ, ਜਿਹੜੀ ਵਾਸਤਵਿਕ ਹੁੰਦੀ ਹੈ ਸਥਿਰ ਕੀਮਤਾਂ ਤੇ ਹੁੰਦੀ ਹੈ, ਯਾਦ ਰੱਖਣਾ ਹੈ। ਠੀਕ ਹੈ, ਸਥਿਰ ਕੀਮਤਾਂ ਤੇ ਰਾਸ਼ਟਰੀ ਆਮਦਨ ਨੂੰ ਹੀ ਵਾਸਤਵਿਕ ਰਾਸ਼ਟਰੀ ਆਮਦਨ ਕਿਹਾ ਜਾਂਦਾ ਹੈ। ਇਹਨੂੰ ਆਪਾਂ 1 ਦੇ ਨਾਲ ਮੈਚ ਕਰਾਂਗੇ। ਤੇ ਜਿਹੜੀ ਹੁੰਦੀ ਹੈ ਆਪਣੇ ਕੋਲ ਮੌਦਰਿਕ ਰਾਸ਼ਟਰੀ ਆਮਦਨ, ਇਹ ਚਾਲੂ ਕੀਮਤਾਂ ਤੇ ਹੁੰਦੀ ਹੈ, ਇਹ ਧਿਆਨ ਰੱਖਣਾ ਹੈ, ਮੌਦਰਿਕ ਚਾਲੂ ਕੀਮਤਾਂ ਤੇ ਹੁੰਦੀ ਹੈ ਤੇ ਇਹਨੂੰ ਆਪਾਂ ਮਿਲਾਵਾਂਗੇ ਫਿਰ ਆਪਸ਼ਨ ਨੰਬਰ 3 ਦੇ ਨਾਲ। ਇਸ ਤਰੀਕੇ ਦੇ ਨਾਲ ਇਹ ਮੈਚਿੰਗ ਹੈ ਜਿਹੜੀ ਉਹ ਕੰਪਲੀਟ ਹੋਏਗੀ। ਹਾਂਜੀ, ਸਵਾਲ ਨੰਬਰ ਆਪਣੇ ਕੋਲ ਹੈ ਜੀ 10 ਨੰਬਰ ਸਵਾਲ ਦੇ ਵਿੱਚ ਆਪਾਂ ਨੂੰ ਪੁੱਛਿਆ ਗਿਆ ਹੈ ਵਰਤਮਾਨ ਸਮੇਂ ਦੇ ਵਿੱਚ ਭਾਰਤ ਦੇ ਵਿੱਚ ਯੋਜਨਾ ਆਯੋਗ ਦੀ ਥਾਂ ਤੇ ਕਿਹੜੀ ਸੰਸਥਾ ਨੇ ਲੈ ਲਈ ਹੈ। ਪਲਾਨਿੰਗ ਕਮਿਸ਼ਨ ਖਤਮ ਕਰਕੇ ਉਹਦੀ ਜਗ੍ਹਾ ਲੈ ਲਈ ਹੈ ਨੀਤੀ ਆਯੋਗ ਨੇ। ਠੀਕ ਹੈ ਜੀ, ਤੇ ਇਹ 1 ਜਨਵਰੀ 2015 ਨੂੰ ਇਹਦਾ ਗਠਨ ਹੋਇਆ ਸੀਗਾ। ਠੀਕ ਹੈ ਜੀ, ਤੇ ਨੀਤੀ ਆਯੋਗ ਦੀ ਜਿਹੜੀ ਫੁੱਲ ਫਾਰਮ ਹੈ ਉਹ ਬਹੁਤ ਇੰਪੋਰਟੈਂਟ ਹੈ, ਨੈਸ਼ਨਲ ਇੰਸਟੀਚਿਊਸ਼ਨ ਫਾਰ ਟਰਾਂਸਫਾਰਮਿੰਗ ਇੰਡੀਆ। ਇਹ ਵੀ ਚੰਗੀ ਤਰ੍ਹਾਂ ਰੱਟਾ ਲਗਾ ਲੈਣਾ, ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਬਹੁਤ ਇੰਪੋਰਟੈਂਟ ਹੈ। ਹਾਂਜੀ, ਸਵਾਲ ਹੈ ਆਪਣੇ ਕੋਲ 11 ਨੰਬਰ ਸਵਾਲ। 11 ਨੰਬਰ ਸਵਾਲ ਦੇ ਵਿੱਚ ਆਪਾਂ ਨੂੰ ਪੁੱਛਿਆ ਗਿਆ ਹੈ ਵਰਤਮਾਨ ਵਿੱਚ ਲਾਜ਼ਮੀ ਲਾਇਸੈਂਸਿੰਗ ਪ੍ਰਣਾਲੀ ਦੇ ਅੰਤਰਗਤ ਕਿੰਨੇ ਉਦਯੋਗ ਆਉਂਦੇ ਹਨ। ਭਾਵ ਕਿੰਨੇ ਉਦਯੋਗ ਜਿਨ੍ਹਾਂ ਦੇ ਲਈ ਲਾਇਸੈਂਸ ਲੈਣਾ ਜ਼ਰੂਰੀ ਹੈ। ਉਹ ਹੈ ਜੀ 5। 1991 ਦੀ ਜਿਹੜੀ ਆਈਸੀਈ ਨਿਊ ਇਕਨੋਮਿਕ ਪਾਲਿਸੀ ਉਹਦੇ ਅੰਤਰਗਤ 5 ਉਦਯੋਗਾਂ ਦੇ ਲਈ ਜਿਹੜਾ ਲਾਇਸੈਂਸ ਲੈਣਾ ਜ਼ਰੂਰੀ ਹੈ। ਤੇ ਇਸ ਸਵਾਲ ਦਾ ਜਿਹੜਾ ਆਪਸ਼ਨ ਨੰਬਰ ਹੈ ਜਿਹੜਾ ਡੀ ਉਹ ਸਹੀ ਹੋਏਗਾ। ਹਾਂਜੀ, ਨੈਕਸਟ ਹੈ ਜੀ ਸਵਾਲ ਨੰਬਰ ਆਪਣੇ ਕੋਲ 12 ਨੰਬਰ ਸਵਾਲ ਦੇ ਵਿੱਚ ਆਪਾਂ ਨੂੰ ਪੁੱਛਿਆ ਗਿਆ ਹੈ ਇਹ ਲਿਖਿਆਂ ਵਿੱਚੋਂ ਕਿਹੜਾ ਆਰਥਿਕ ਸੁਧਾਰਾਂ ਦੇ ਵਿੱਚ ਸ਼ਾਮਲ ਨਹੀਂ। ਆਰਥਿਕ ਸੁਧਾਰ 1991 ਦੀ ਨੀਤੀ ਨਾਲ ਸੰਬੰਧਿਤ ਹੈ। ਐਲ, ਪੀ ਤੇ ਜੀ ਇਹਦੇ ਨਾਲ ਸੰਬੰਧਿਤ ਹੈ। ਐਲ ਮੀਨਸ ਲਿਬਰਲਾਈਜੇਸ਼ਨ ਉਦਾਰੀਕਰਨ, ਠੀਕ ਹੈ। ਪੀ ਮੀਨਸ ਪ੍ਰਾਈਵੇਟੇਸ਼ਨ ਨਿੱਜੀਕਰਨ, ਜੀ ਮੀਨਸ ਗਲੋਬਲਾਈਜੇਸ਼ਨ ਵਿਸ਼ਵੀਕਰਨ, ਤੇ ਇਹਦੇ ਵਿੱਚ ਫਿਰ ਆਪਸ਼ਨ ਨੰਬਰ ਡੀ ਰਾਸ਼ਟਰੀਕਰਨ ਉਹ ਇਹਦੇ ਵਿੱਚ ਨਹੀਂ ਸ਼ਾਮਲ ਹੁੰਦਾ। ਠੀਕ ਹੈ ਜੀ, ਇਸ ਸਵਾਲ ਦਾ ਸਹੀ ਆਨਸਰ ਬਣੇਗਾ ਰਾਸ਼ਟਰੀਕਰਨ ਆਰਥਿਕ ਸੁਧਾਰਾਂ ਦੇ ਵਿੱਚ ਸ਼ਾਮਲ ਨਹੀਂ ਹੈ। ਅਗਲਾ ਹੈ ਜੀ ਆਪਣੇ ਕੋਲ ਸਵਾਲ ਨੰਬਰ 13। ਸਵਾਲ ਨੰਬਰ 13 ਦੇ ਵਿੱਚ ਆਪਾਂ ਨੂੰ ਪੁੱਛਿਆ ਗਿਆ ਹੈ ਗਰੀਬੀ ਹਟਾਉਣ ਦੇ ਲਈ ਪ੍ਰੋਗਰਾਮ ਸੀਗਾ NREP। ਠੀਕ ਹੈ, NREP ਪ੍ਰੋਗਰਾਮ ਹੈ ਜਿਹੜਾ ਇਹ 1980 ਦੇ ਵਿੱਚ ਜਿਹੜਾ ਉਹ ਸ਼ੁਰੂ ਕੀਤਾ ਗਿਆ ਸੀਗਾ। ਇੰਦਰਾ ਗਾਂਧੀ ਦੀ ਸਰਕਾਰ ਸੀ ਉਸ ਸਮੇਂ ਸ਼ੁਰੂ ਕੀਤਾ ਗਿਆ ਸੀ। ਤੇ ਇਹ ਸਵਾਲ ਦਾ ਜਿਹੜਾ ਰਾਈਟ ਆਨਸਰ ਬਣੇਗਾ ਆਪਸ਼ਨ ਨੰਬਰ ਬੀ। ਨੈਕਸਟ ਹੈ ਜੀ ਆਪਣੇ ਕੋਲ ਸਵਾਲ ਨੰਬਰ 14। ਹਾਂਜੀ, ਇਹਦੇ ਵਿੱਚ ਪੁੱਛਿਆ ਗਿਆ ਹੈ ਭਾਰਤ ਵਿੱਚ ਕਿਹੜੀਆਂ ਮੰਡੀਆਂ ਦੀ ਸੰਖਿਆ ਵੱਧ ਰਹੀ ਹੈ। ਵਰਤਮਾਨ ਸਮੇਂ ਦੇ ਵਿੱਚ ਜਿਹੜੀਆਂ ਰੈਗੂਲੇਟਡ ਮਾਰਕੀਟ ਹੈ, ਰੈਗੂਲੇਟ ਮੰਡੀਆਂ, ਨਿਯਮਤ ਮੰਡੀਆਂ ਉਹਨਾਂ ਦੀ ਜਿਹੜੀ ਸੰਖਿਆ ਵੱਧਦੀ ਜਾ ਰਹੀ ਹੈ। ਇਸ ਸਵਾਲ ਦਾ ਰਾਈਟ ਆਨਸਰ ਬਣੇਗਾ ਆਪਸ਼ਨ ਨੰਬਰ ਏ। ਨੈਕਸਟ ਹੈ ਜੀ ਸਵਾਲ ਨੰਬਰ ਆਪਣੇ ਕੋਲ 15। ਸਵਾਲ ਨੰਬਰ 15 ਦੇ ਵਿੱਚ ਆਪਾਂ ਨੂੰ ਪੁੱਛਿਆ ਗਿਆ ਹੈ ਬੁਨਿਆਦੀ ਢਾਂਚਾ ਜਿਹਨੂੰ ਇਨਫਰਾਸਟ੍ਰਕਚਰ ਮੁੱਢਲਾ ਢਾਂਚਾ ਕਹਿੰਦੇ ਨੇ ਕਿੰਨੇ ਪ੍ਰਕਾਰ ਦਾ ਹੁੰਦਾ ਹੈ। ਇਹ 2 ਪ੍ਰਕਾਰ ਦਾ ਹੁੰਦਾ ਹੈ, ਸਮਾਜਿਕ ਤੇ ਆਰਥਿਕ। ਠੀਕ ਹੈ, ਸਮਾਜਿਕ ਦੇ ਵਿੱਚ 2 ਚੀਜ਼ਾਂ ਹੀ ਹੁੰਦੀਆਂ, ਸਿਹਤ ਤੇ ਸਿੱਖਿਆ, ਹੈਲਥ ਤੇ ਐਜੂਕੇਸ਼ਨ। ਬਾਕੀ ਸਾਰੀਆਂ ਆਰਥਿਕ ਦੇ ਵਿੱਚ ਆਉਂਦੀਆਂ ਜਿਵੇਂ ਖੇਤੀਬਾੜੀ, ਐਗਰੀਕਲਚਰ, ਉਦਯੋਗੀਕਰਨ, ਉਦਯੋਗ ਹੋ ਗਏ, ਟਰਾਂਸਪੋਰਟੇਸ਼ਨ ਹੋ ਗਈ, ਰੋਡਸ ਹੋ ਗਈਆਂ, ਇਰੀਗੇਸ਼ਨ ਹੋ ਗਿਆ, ਪਾਵਰ ਹੋ ਗਈ, ਫਲਾਈਓਵਰ ਹੋ ਗਿਆ, ਇਹ ਸਾਰਾ ਬਾਕੀ ਆਰਥਿਕ ਦੇ ਵਿੱਚ ਆਉਂਦਾ ਹੈ। ਠੀਕ ਹੈ ਜੀ, ਇਸ ਸਵਾਲ ਦਾ ਜਿਹੜਾ ਰਾਈਟ ਆਨਸਰ ਬਣੇਗਾ ਆਪਸ਼ਨ ਨੰਬਰ ਸੀ। ਦੋਨੋਂ ਆਰਥਿਕ ਤੇ ਸਮਾਜਿਕ 2 ਪ੍ਰਕਾਰ ਦਾ ਬੁਨਿਆਦੀ ਢਾਂਚਾ ਇਨਫਰਾਸਟ੍ਰਕਚਰ ਹੈ ਜਿਹੜਾ ਉਹ ਹੁੰਦਾ ਹੈ। ਸਵਾਲ ਨੰਬਰ 16। ਸਵਾਲ ਨੰਬਰ 16 ਦੇ ਵਿੱਚ ਆਪਾਂ ਨੂੰ ਪੁੱਛਿਆ ਗਿਆ ਹੇਠ ਲਿਖਿਆਂ ਵਿੱਚੋਂ ਕਿਹੜਾ ਮਾਨਵ ਪੂੰਜੀ ਨਿਰਮਾਣ ਦਾ ਨਿਰਧਾਰਤ ਤੱਤ ਹੈ। ਹਾਂਜੀ, ਜਿਹੜੀ ਮਾਨਵ ਪੂੰਜੀ ਹੈ, ਹਿਊਮਨ ਕੈਪੀਟਲ ਹੈ, ਉਹ ਐਜੂਕੇਸ਼ਨ ਤੇ ਵੀ ਨਿਰਭਰ ਕਰਦੀ ਹੈ, ਸਿੱਖਿਆ ਤੇ ਵੀ ਨਿਰਭਰ ਕਰਦੀ ਹੈ, ਸਿਹਤ ਸਹੂਲਤਾਵਾਂ ਤੇ ਵੀ ਨਿਰਭਰ ਕਰਦੀ ਹੈ ਤੇ ਵਿਦੇਸ਼ੀ ਨਿਵਾਸ ਤੇ ਵੀ ਨਿਰਭਰ ਕਰਦੀ ਹੈ। ਇਸ ਸਵਾਲ ਦਾ ਰਾਈਟ ਆਨਸਰ ਹੋਏਗਾ ਆਪਸ਼ਨ ਨੰਬਰ ਡੀ ਉਪਰੋਕਤ ਸਾਰੇ। ਨੈਕਸਟ ਹੈ ਜੀ ਸਵਾਲ ਨੰਬਰ ਆਪਣੇ ਕੋਲ 17। 17 ਨੰਬਰ ਸਵਾਲ ਦੇ ਵਿੱਚ ਪੁੱਛਿਆ ਗਿਆ ਹੈ ਪਿਛਲੀ ਸਦੀ ਦੇ ਵਿੱਚ ਔਸਤ ਤਾਪਮਾਨ ਦੇ ਵਿੱਚ ਕਿੰਨਾ ਵਾਧਾ ਹੋਇਆ। ਯਾਨੀ ਕਿ ਗਲੋਬਲ ਵਾਰਮਿੰਗ ਹੈ ਜਿਹੜੀ ਜਿਹਦੇ ਕਰਕੇ ਵਿਸ਼ਵ ਦਾ ਤਾਪਮਾਨ ਵੱਧਦਾ ਜਾ ਰਿਹਾ ਤੇ ਪਿਛਲੀ ਸਦੀ ਦੀ ਗੱਲ ਹੋ ਰਹੀ ਹੈ। ਪਿਛਲੀ ਸਦੀ ਦੇ ਵਿੱਚ 0.4 ਡਿਗਰੀ ਤੋਂ ਲੈ ਕੇ 0.8 ਡਿਗਰੀ ਤੱਕ ਤਾਪਮਾਨ ਦੇ ਵਿੱਚ ਵਾਧਾ ਹੋਇਆ। ਇਸ ਸਵਾਲ ਦਾ ਜਿਹੜਾ ਰਾਈਟ ਆਨਸਰ ਬਣੇਗਾ ਆਪਸ਼ਨ ਨੰਬਰ ਬੀ। ਹਾਂਜੀ, ਨੈਕਸਟ ਹੈ ਜੀ ਸਵਾਲ ਨੰਬਰ ਆਪਣੇ ਕੋਲ 18। 18 ਨੰਬਰ ਸਵਾਲ ਦੇ ਵਿੱਚ ਆਪਾਂ ਨੂੰ ਪੁੱਛਿਆ ਗਿਆ ਹੈ, ਆਪਾਂ ਨੂੰ ਅਸਰਸ਼ਨ ਦਿੱਤੀ ਗਈ ਹੈ ਤੇ ਰੀਜ਼ਨ ਦਿੱਤਾ ਗਿਆ। ਆਪਾਂ ਦੇਖਦੇ ਹਾਂ ਸਭ ਤੋਂ ਪਹਿਲਾਂ ਅਸਰਸ਼ਨ, ਭਾਰਤ ਵਿੱਚ ਖੇਤੀਬਾੜੀ ਦਾ ਵਿਕਾਸ ਹੋਇਆ ਹੈ ਪਰ ਅਸਮਾਨਤਾਵਾਂ ਵੀ ਵਧੀਆਂ ਹਨ। ਇਹ ਬਿਲਕੁਲ ਸਹੀ ਹੈ ਕਿ ਖੇਤੀਬਾੜੀ ਗ੍ਰੀਨ ਰੈਵੋਲੂਸ਼ਨ ਆ ਗਈ, ਖੇਤੀਬਾੜੀ ਦਾ ਵਿਕਾਸ ਹੋ ਰਿਹਾ ਹੈ ਪਰ ਅਮੀਰ ਕਿਸਾਨਾਂ ਤੇ ਗਰੀਬ ਕਿਸਾਨਾਂ ਦੇ ਵਿਚਕਾਰ ਜਿਹੜਾ ਅੰਤਰ ਹੈ ਉਹ ਵੀ ਵੱਧਦਾ ਜਾ ਰਿਹਾ ਹੈ। ਕਾਰਨ ਤੇ ਚਲਦੇ ਹਾਂ, ਹਰੀ ਕ੍ਰਾਂਤੀ ਨੇ ਅਮੀਰ ਅਤੇ ਗਰੀਬ ਕਿਸਾਨਾਂ ਵਿਚਲਾ ਪਾੜਾ ਵਧਾਇਆ ਹੈ। ਇਹ ਵੀ ਬਿਲਕੁਲ ਸਹੀ ਹੈ। ਹੁਣ ਇਸ ਸਵਾਲ ਦੇ ਵਿੱਚ ਏ ਤੇ ਆਰ ਦੋਨੋਂ ਸਹੀ ਹੈ ਤੇ ਆਰ ਏ ਦੀ ਬਿਲਕੁਲ ਸਹੀ ਵਿਆਖਿਆ ਕਰਦਾ ਹੈ ਤੇ ਇਸ ਸਵਾਲ ਦਾ ਜਿਹੜਾ ਰਾਈਟ ਆਨਸਰ ਬਣ ਜਾਏਗਾ ਆਪਸ਼ਨ ਨੰਬਰ ਏ। ਨੈਕਸਟ ਹੈ ਜੀ ਆਪਣੇ ਕੋਲ ਸਵਾਲ ਨੰਬਰ 19। ਸਵਾਲ ਨੰਬਰ 19 ਦੇ ਵਿੱਚ ਆਪਾਂ ਨੂੰ ਇੱਕ ਖਾਲੀ ਸਥਾਨ ਦਿੱਤੀ ਗਈ ਹੈ, ਸਹਿਤ ਬੰਦ ਗੁਣਾਂਕ ਦਾ ਮੁੱਲ ਡੈਸ਼ ਦੇ ਵਿਚਕਾਰ ਹੁੰਦਾ ਹੈ। ਹਾਂਜੀ, ਇਹ -1 ਤੇ 1, ਠੀਕ ਹੈ, ਕਲੋਜ਼ਡ ਬ੍ਰੈਕਟ ਦੇ ਵਿੱਚ ਲਿਖਣਾ ਆਪਾਂ
ਇਹਦੇ ਵਿੱਚ ਇਹ ਹੁੰਦਾ ਇਹਦਾ ਮੁੱਲ ਘੱਟੋ ਘੱਟ ਮੁੱਲ -1 ਤੇ ਮੈਕਸਿਮਮ ਮੁੱਲ ਪਲੱਸ ਦਾ 1 ਹੈ, ਇਹ ਹੁੰਦਾ। ਹਾਂਜੀ, ਲਾਸਟ ਸਵਾਲ ਅੱਜ ਦਾ ਜਿਹੜਾ ਹੈ ਸਵਾਲ ਨੰਬਰ 20, ਉਹਦੇ ਵਿੱਚ ਆਪਾਂ ਨੂੰ ਪੁੱਛਿਆ ਗਿਆ ਹੈ ਹੇਠ ਵਿੱਚੋਂ ਕਿਹੜਾ ਸੂਚਕਾਂਕ ਦੇ ਨਿਰਮਾਣ ਦੀ ਵਿਧੀ ਨਹੀਂ ਹੈ। ਹਾਂਜੀ, ਲਾਸਪੀਅਰ ਵੀ ਹੈ, ਪਾਚਸੇ ਵੀ ਹੈ, ਫਿਸ਼ਰ ਵੀ ਹੈ, ਤੇ ਉਹਦੇ ਵਿੱਚ ਪੁੱਛਿਆ ਸੀ ਨਿਰਮਾਣ ਦੀ ਵਿਧੀ ਹੈ। ਉਪਰੋਕਤ ਸਾਰੇ ਹੀ ਨਿਰਮਾਣ ਦੀਆਂ ਵਿਧੀਆਂ ਹਨ। ਇਸ ਸਵਾਲ ਦਾ ਆਨਸਰ ਬਣੇਗਾ ਆਪਸ਼ਨ ਨੰਬਰ ਡੀ, ਆਲ ਆਫ ਅਬਵ। ਠੀਕ ਹੈ ਜੀ, ਇਸ ਤਰੀਕੇ ਦੇ ਨਾਲ ਅੱਜ ਦਾ ਜਿਹੜਾ ਪੇਪਰ ਨੰਬਰ 4 ਉਹ ਸੋਲਵ ਹੁੰਦਾ ਹੈ। ਮੈਨੂੰ ਉਮੀਦ ਹੈ ਸਾਰੇ ਬੱਚਿਆਂ ਨੂੰ ਪਸੰਦ ਆਇਆ ਹੋਵੇਗਾ। ਇਹ ਅੱਜ ਦੇ ਇਸ ਵੀਡੀਓ ਦੇ ਲਿੰਕ ਨੂੰ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਦੇ ਵਿੱਚ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਬਹੁਤ ਬਹੁਤ ਧੰਨਵਾਦ।